ਕੱਲ੍ਹ ਆਪਾਂ ਕੀਤਾ ਸੀਗਾ ਕੈਸ਼ ਫਲੋ ਫਰੋਮ ਓਪਰੇਟਿੰਗ ਐਕਟੀਵਿਟੀਜ਼, ਯਾਨੀ ਕਿ ਬਿਜ਼ਨਸ ਦੇ ਮੇਨ ਓਪਰੇਸ਼ਨਸ ਤੋਂ ਕੀ ਕਿੱਥੋਂ ਕਿੱਥੋਂ ਇਨਫਲੋ ਹੋ ਰਹੇ ਨੇ, ਕਿੱਥੇ ਕਿੱਥੇ ਆਊਟਫਲੋ ਹੋ ਰਹੇ ਨੇ। ਸੈਕਿੰਡ ਐਕਟੀਵਿਟੀ ਹੈਗੀ ਆਪਣੀ ਕੈਸ਼ ਫਲੋ ਫਰੋਮ ਇਨਵੈਸਟਿੰਗ ਐਕਟੀਵਿਟੀਜ਼। ਇਨਵੈਸਟਿੰਗ ਮਤਲਬ ਕਿ ਬਿਜ਼ਨਸ ਨੇ ਇਨਵੈਸਟਮੈਂਟ ਕੀਤੀ ਹੋਈ ਹੈ ਲੌਂਗ ਟਰਮ ਐਸਿਡਸ ਦੇ ਵਿੱਚ, ਜਿਵੇਂ ਕਿ ਕੋਈ ਲੈਂਡ ਖਰੀਦੀ ਆ ਉਹਨੇ, ਕੋਈ ਬਿਲਡਿੰਗ ਖਰੀਦਿਆ, ਕੋਈ ਜਿਹੜੀ ਹੈਗੀ ਪਲਾਂਟ ਖਰੀਦਿਆ, ਜਾਂ ਫਿਰ ਕੋਈ ਮਸ਼ੀਨਰੀ ਖਰੀਦੀ ਆ, ਅਤੇ ਜਾਂ ਫਿਰ ਜਿਹੜੀ ਹੈਗੀ ਕੋਈ ਹੋਰ ਇਨਵੈਸਟਮੈਂਟ ਕੀਤੀ ਆ। ਯਾਨੀ ਕਿ ਕੈਸ਼ ਫਲੋ ਫਰੋਮ ਇਨਵੈਸਟਿੰਗ ਐਕਟੀਵਿਟੀ ਦੇ ਵਿੱਚ ਆਪਾਂ ਦੋ ਚੀਜ਼ਾਂ ਲਵਾਂਗੇ ਕਿ ਬਿਜ਼ਨਸ ਨੇ ਇਨਵੈਸਟਮੈਂਟ ਕੀਤੀ ਹੈ ਲੌਂਗ ਟਰਮ ਐਸਿਡਸ ਦੇ ਵਿੱਚ, ਜਾਂ ਫਿਰ ਉਹਨੇ ਕੋਈ ਹੋਰ ਜਿਹੜੀ ਹੈਗੀ ਹੈ ਇਨਵੈਸਟਮੈਂਟ ਖਰੀਦੀ ਹੈ। ਯਾਨੀ ਕਿ ਕਿਸੇ ਜਿਹੜਾ ਹੈਗਾ ਹੋਰ ਬਿਜ਼ਨਸ ਦੇ ਵਿੱਚ ਉਹਨੇ ਸ਼ੇਅਰ ਖਰੀਦ ਲਏ ਤਾਂ ਬਾਹਰ ਉਹਨੇ ਇਨਵੈਸਟਮੈਂਟ ਕੀਤੀ ਹੈ, ਜਾਂ ਕਿਸੇ ਹੋਰ ਕੰਪਨੀ ਦੇ ਡਿਵੈਂਚਰਸ ਖਰੀਦ ਲਏ, ਜਾਂ ਕਿਸੇ ਹੋਰ ਕੰਪਨੀ ਨੂੰ ਉਹਨੇ ਲੋਨ ਦੇ ਦਿੱਤਾ। ਤਾਂ ਇਹ ਜਿਹੜੀਆਂ ਹੈਗੀਆਂ ਆਪਾਂ ਆਊਟਸਾਈਡ ਇਨਵੈਸਟਮੈਂਟ ਕਰ ਰਹੇ ਹਾਂ। ਤਾਂ ਸੈਕਿੰਡ ਐਕਟੀਵਿਟੀ ਕੈਸ਼ ਫਲੋ ਫਰੋਮ ਇਨਵੈਸਟਿੰਗ ਐਕਟੀਵਿਟੀਜ਼ ਦੇ ਵਿੱਚ ਆਪਾਂ ਲਗਾਉਂਦੇ ਹਾਂ ਕਿ ਬਿਜ਼ਨਸ ਜਿਹੜਾ ਹੈਗਾ ਗਾ ਉਹਨੇ ਕਿੱਥੇ ਇਨਵੈਸਟਮੈਂਟ ਕੀਤੀ ਹੈ, ਕਿਸੇ ਲੌਂਗ ਟਰਮ ਐਸਿਡ ਦੇ ਵਿੱਚ ਇਨਵੈਸਟਮੈਂਟ ਕੀਤੀ ਹੈ, ਜਾਂ ਫਿਰ ਉਹਨੇ ਕਿਤੇ ਬਾਹਰੋਂ ਕੋਈ ਇਨਵੈਸਟਮੈਂਟ ਖਰੀਦੀ ਹੋਈ ਹੈ। ਤਾਂ ਉਸ ਨੂੰ ਖਰੀਦਣ 'ਤੇ ਜਿਹੜਾ ਹੈਗਾ ਗਾ ਜਿੰਨਾ ਕੈਸ਼ ਬਾਹਰ ਗਿਆ ਤਾਂ ਉਹ ਹੋਊਗਾ ਆਪਣਾ ਕੈਸ਼ ਆਊਟਫਲੋ ਅੰਡਰ ਓਪਰੇਟਿੰਗ ਇਨਵੈਸਟਿੰਗ ਐਕਟੀਵਿਟੀਜ਼, ਅਤੇ ਜਿੰਨਾ ਉਸ ਬਿਜ਼ਨਸ ਦੇ ਵਿੱਚੋਂ ਜਿਹੜਾ ਹੈਗਾ ਗਾ ਕੈਸ਼ ਉਹਨਾਂ ਇਨਵੈਸਟਮੈਂਟ ਨੂੰ ਵੇਚ ਕੇ ਜਾਂ ਉਹਨਾਂ ਜਿਹੜੀਆਂ ਐਸਿਡਸ ਨੂੰ ਵੇਚ ਕੇ ਜਿਹੜਾ ਕੈਸ਼ ਆਊਗਾ ਤਾਂ ਉਹਨੂੰ ਆਪਾਂ ਕਹਾਂਗੇ ਕੈਸ਼ ਇਨਫਲੋ ਫਰੋਮ ਇਨਵੈਸਟਿੰਗ ਐਕਟੀਵਿਟੀਜ਼। ਤਾਂ ਹੁਣ ਇਹਦੇ ਵਿੱਚ ਜਿਹੜਾ ਹੈਗਾ ਕੀ ਚੀਜ਼ਾਂ ਆਪਾਂ ਇਨਵੈਸਟਿੰਗ ਐਕਟੀਵਿਟੀਜ਼ ਦੇ ਵਿੱਚ ਇਨਕਲੂਡ ਕਰਦੇ ਹਾਂ। ਪਹਿਲੀ ਹੈਗੀ ਹੈ ਕੈਸ਼ ਪੇਮੈਂਟ ਟੂ ਅਕਵਾਇਰ ਪ੍ਰੋਪਰਟੀ ਪਲਾਂਟ ਇਕਉਪਮੈਂਟ। ਉਹੀ ਚੀਜ਼ ਕਿ ਕਿਸੇ ਵੀ ਕਿਸੇ ਵੀ ਲੌਂਗ ਟਰਮ ਐਸਿਡ ਨੂੰ ਖਰੀਦਣ ਦੇ ਲਈ ਜੋ ਵੀ ਤੁਸੀਂ ਨੇ ਪੇਮੈਂਟ ਕੀਤੀ ਹੈ ਉਹ ਕਾਹਦੇ ਅੰਡਰ ਆਊਗੀ, ਇਨਵੈਸਟਿੰਗ ਐਕਟੀਵਿਟੀਜ਼ ਦੀ। ਸੈਕਿੰਡ ਕੈਸ਼ ਰਿਸਿਪਟ ਫਰੋਮ ਸੇਲ ਆਫ ਪ੍ਰੋਪਰਟੀ ਪਲਾਂਟ। ਹੁਣ ਉੱਪਰ ਤੁਸੀਂ ਉਹ ਮਸ਼ੀਨਰੀ ਜਿਹੜੀ ਲੌਂਗ ਟਰਮ ਦੇ ਲਈ ਖਰੀਦੀ ਸੀ, ਤਾਂ ਹੁਣ ਉਹ ਜਿਹੜਾ ਹੈਗਾ ਜਦੋਂ ਖਰੀਦੀ ਸੀ ਆਊਟਫਲੋ ਹੋਇਆ ਸੀ, ਹੁਣ ਉਸੇ ਮਸ਼ੀਨਰੀ ਨੂੰ ਜਿਹੜਾ ਹੈਗਾ ਤੁਸੀਂ ਸੇਲ ਕਰ ਰਹੇ ਹੋ। ਜਦੋਂ ਤੁਸੀਂ ਸੇਲ ਕਰ ਰਹੇ ਹੋ ਤਾਂ ਪੈਸਾ ਜਿਹੜਾ ਬਿਜ਼ਨਸ ਦੇ ਵਿੱਚ ਆ ਰਿਹਾ ਤਾਂ ਉਹ ਇਨਫਲੋ ਹੋ ਜਾਊਗਾ ਇਨਵੈਸਟਿੰਗ ਐਕਟੀਵਿਟੀਜ਼ ਦੇ ਅੰਡਰ। ਥਰਡ ਜਿਹੜਾ ਹੈਗਾ ਕੈਸ਼ ਪੇਮੈਂਟ ਟੂ ਐਕਵਾਇਰ ਇਕੁਇਟੀ ਐਂਡ ਡੈਟ ਇੰਸਟਰੂਮੈਂਟ ਆਫ ਅਦਰ ਕੰਪਨੀ। ਕਿਸੇ ਹੋਰ ਕੰਪਨੀ ਦੇ ਤੁਸੀਂ ਇਕੁਇਟੀ ਖਰੀਦਣ ਦੇ ਲਈ ਜਾਂ ਡੈਟ ਇੰਸਟਰੂਮੈਂਟ ਯਾਨੀ ਡਿਵੈਂਚਰ ਵਗੈਰਾ ਖਰੀਦਣ ਦੇ ਲਈ ਕੈਸ਼ ਪੇ ਕੀਤਾ, ਇਨਵੈਸਟਿੰਗ ਐਕਟੀਵਿਟੀਜ਼ ਦੇ ਅੰਡਰ ਆਊਗਾ। ਫੋਰਥ ਜਿਹੜਾ ਹੈਗਾ ਉਹਨਾਂ ਇਕੁਇਟੀਜ਼ ਨੂੰ ਸੇਲ ਕਰਨ 'ਤੇ, ਉਹਨਾਂ ਇੰਸਟਰੂਮੈਂਟਸ ਨੂੰ ਸੇਲ ਕਰਨ 'ਤੇ ਜਿਹੜਾ ਕੈਸ਼ ਆਪਣੇ ਕੋਲ ਆਊਗਾ ਉਹ ਵੀ ਇਨਵੈਸਟਿੰਗ ਐਕਟੀਵਿਟੀਜ਼ ਦੇ ਅੰਡਰ ਆਊਗਾ। ਫਿਫਥ ਕੈਸ਼ ਐਡਵਾਂਸਿਸ ਐਂਡ ਲੋਨਸ ਮੇਡ ਟੂ ਅਦਰ ਪਾਰਟੀਜ਼। ਹੋਰ ਪਾਰਟੀਜ਼ ਯਾਨੀ ਕਿ ਦੂਸਰੀਆਂ ਕੰਪਨੀਜ਼ ਨੂੰ, ਦੂਸਰੇ ਇੰਡੀਵਿਜੂਅਲ ਨੂੰ ਜੇ ਤੁਸੀਂ ਨੇ ਕੋਈ ਐਡਵਾਂਸ ਦਿੱਤਾ ਹੈ ਜਾਂ ਕੋਈ ਲੋਨ ਵਗੈਰਾ ਦਿੱਤਾ ਹੈ ਤਾਂ ਉਹ ਵੀ ਇਨਵੈਸਟਿੰਗ ਐਕਟੀਵਿਟੀਜ਼ ਦੇ ਵਿੱਚ ਆ ਜਾਊ। ਇਸ ਟਾਈਮ ਤੁਸੀਂ ਲੋਨ ਦੇ ਰਹੇ ਹੋ ਤਾਂ ਕੈਸ਼ ਆਊਟਫਲੋ ਹੋ ਰਿਹਾ ਹੈ। ਅਗਲਾ ਐਫ ਦੇ ਵਿੱਚ ਕਿਹਾ ਹੈਗਾ ਕਿ ਜਦੋਂ ਹੁਣ ਉਹ ਲੋਨ ਬੰਦਾ ਤੁਹਾਨੂੰ ਰੀਪੇਮੈਂਟ ਕਰੂਗਾ ਤਾਂ ਕੈਸ਼ ਤੁਹਾਨੂੰ ਜਿਹੜਾ ਹੈਗਾ ਰਿਸੀਵ ਹੋਊਗਾ, ਤਾਂ ਉਹ ਵੀ ਕਾਹਦੇ ਅੰਡਰ ਰਿਸੀਵ ਹੋਊਗਾ, ਇਨਵੈਸਟਿੰਗ ਐਕਟੀਵਿਟੀ। ਨੈਕਸਟ ਹੈਗਾ ਗਾ ਕੈਸ਼ ਪੇਮੈਂਟ ਫੋਰ ਫਿਊਚਰ ਕੰਟਰੈਕਟ ਫਾਰਵਰਡ ਕੰਟਰੈਕਟਸ। ਇਹ ਸਾਰੇ ਜਿਹੜੇ ਹੁੰਦੇ ਨੇ ਡੈਰੀਵੇਟਿਵਸ ਹੁੰਦੇ ਨੇ। ਇਹਨਾਂ ਡੈਰੀਵੇਟਿਵਸ ਦੇ ਲਈ ਜੇ ਤੁਸੀਂ ਕੋਈ ਪੇਮੈਂਟ ਕੀਤੀ ਆ ਤਾਂ ਉੱਥੇ ਸਪੈਸ਼ਲੀ ਤੁਹਾਨੂੰ ਮੈਂਸ਼ਨ ਕੀਤਾ ਹੋਊਗਾ ਕਿ ਇਨਵੈਸਟਮੈਂਟ ਐਕਟੀਵਿਟੀਜ਼ ਦੇ ਅੰਡਰ ਲੈ ਕੇ ਆਉਣਾ ਹੈ। ਤਾਂ ਜੇਕਰ ਐਵੇਂ ਦੀ ਕੋਈ ਦਿੱਤੀ ਹੋਈ ਹੈ ਅਮਾਊਂਟ ਤੁਹਾਨੂੰ ਡੈਰੀਵੇਟਿਵਸ ਦੀ, ਤੁਸੀਂ ਪੇਮੈਂਟ ਕੀਤੀ ਹੈ ਤਾਂ ਆਊਟਫਲੋ ਹੋ ਜਾਊਗਾ ਇਨਵੈਸਟਿੰਗ ਐਕਟੀਵਿਟੀਜ਼ ਦੇ ਅੰਡਰ। ਅਤੇ ਜੇ ਉਹਨਾਂ ਡੈਰੀਵੇਟਿਵਸ ਤੋਂ ਤੁਹਾਨੂੰ ਕੁਛ ਰਿਸੀਵ ਹੋਇਆ ਇਨਵੈਸਟਿੰਗ ਐਕਟੀਵਿਟੀਜ਼ ਦੇ ਅੰਡਰ ਤਾਂ ਤੁਸੀਂ ਉਹਨਾਂ ਨੂੰ ਵੀ ਜਿਹੜਾ ਹੈਗਾ ਰਿਕਾਰਡ ਕਰੋਗੇ ਕੈਸ਼ ਰਿਸਿਪਟ ਫਰੋਮ ਡੈਰੀਵੇਟਿਵਸ ਅੰਡਰ ਇਨਵੈਸਟਿੰਗ ਐਕਟੀਵਿਟੀਜ਼। ਯਾਨੀ ਕਿ ਉਹਨਾਂ ਦੀ ਜਿਹੜੀ ਰਿਸਿਪਟ ਹੋਊਗੀ ਉਹਨੂੰ ਵੀ ਕਾਹਦੇ ਅੰਡਰ ਲੈ ਕੇ ਆਉਂਗੇ ਤੁਸੀਂ, ਇਨਵੈਸਟਿੰਗ ਐਕਟੀਵਿਟੀਜ਼ ਦੇ ਅੰਡਰ। ਬਟ ਧਿਆਨ ਰੱਖਣਾ ਐਕਸੈਪਟ ਵੈਨ ਦੀ ਕੰਟਰੈਕਟ ਆਰ ਹੈਲਡ ਫੋਰ ਡੀਲਿੰਗ ਔਰ ਟ੍ਰੇਡਿੰਗ ਪਰਪਜ਼। ਤਾਂ ਜਿਵੇਂ ਆਪਾਂ ਕੱਲ੍ਹ ਓਪਰੇਟਿੰਗ ਐਕਟੀਵਿਟੀਜ਼ ਦੇ ਅੰਡਰ ਵੀ ਲਿਖਿਆ ਸੀਗਾ, ਤਾਂ ਇਹਦੇ ਵਿੱਚ ਕੀ ਹੈ ਜਿਹੜੇ ਡੈਰੀਵੇਟਿਵਸ ਹੋਣਗੇ ਉਹ ਤੁਹਾਨੂੰ ਸਪੈਸ਼ਲੀ ਮੈਂਸ਼ਨ ਕੀਤਾ ਹੋਊਗਾ ਕਿ ਡੈਰੀਵੇਟਿਵ ਤੁਹਾਡੇ ਓਪਰੇਟਿੰਗ ਐਕਟੀਵਿਟੀਜ਼ ਦੇ ਅੰਡਰ ਨੇ, ਟ੍ਰੇਡਿੰਗ ਪਰਪਜ਼ ਲਈ ਲੈਤੇ ਹੋਏ ਨੇ, ਜਾਂ ਤੁਸੀਂ ਇਨਵੈਸਟਿੰਗ ਪਰਪਜ਼ ਲਈ ਲੈਤੇ ਹੋਏ ਨੇ। ਤਾਂ ਉਸ ਅਕੋਰਡਿੰਗ ਕਿਸ ਦੇ ਵਿੱਚ ਤੁਸੀਂ ਰਿਕਾਰਡ ਕਰਨਾ ਉਸ ਅਕੋਰਡਿੰਗ ਤੁਸੀਂ ਰਿਕਾਰਡ ਕਰ ਦੋਗੇ। ਯਾਨੀ ਕਿ ਜੇ ਤੁਹਾਨੂੰ ਕਿਹਾ ਹੋਇਆ ਕਿ ਇਨਵੈਸਟਮੈਂਟ ਪਰਪਜ਼ ਦੇ ਲਈ ਹੈ ਤਾਂ ਤੁਸੀਂ ਇਨਵੈਸਟਮੈਂਟ ਐਕਟੀਵਿਟੀਜ਼ ਦੇ ਵਿੱਚ ਇਨਕਲੂਡ ਕਰ ਦੋਗੇ। ਥਰਡ ਜਿਹੜੀ ਹੈਗੀ ਆਪਣੀ ਕਲਾਸੀਫਿਕੇਸ਼ਨ ਦੇ ਅੰਡਰ ਆਉਂਦੀ ਆ ਥਰਡ ਐਕਟੀਵਿਟੀ ਫਾਈਨੈਂਸਿੰਗ ਐਕਟੀਵਿਟੀਜ਼। ਫਾਈਨੈਂਸਿੰਗ ਐਕਟੀਵਿਟੀਜ਼ ਦੇ ਵਿੱਚ ਜਿਹੜਾ ਆਪਣਾ ਕੈਪੀਟਲ ਸਟਰਕਚਰ ਨੂੰ ਲੈ ਕੇ ਚੱਲਦੇ ਹਾਂ ਆਪਾਂ। ਕੈਪੀਟਲ ਸਟਰਕਚਰ ਦੇ ਵਿੱਚ ਕੀ ਆਉਂਦਾ ਹੈਗਾ, ਕੈਪੀਟਲ ਪਲੱਸ ਬੋਰਿੰਗਸ। ਯਾਨੀ ਕਿ ਜਿਹੜੇ ਤੁਸੀਂ ਸ਼ੇਅਰਸ ਵਗੈਰਾ ਖਰੀਦੇ ਨੇ, ਇਸ਼ੂ ਕੀਤੇ ਨੇ, ਜਾਂ ਤੁਸੀਂ ਨੇ ਡਿਵੈਂਚਰ ਇਸ਼ੂ ਕੀਤੇ ਨੇ, ਜਾਂ ਤੁਸੀਂ ਕੋਈ ਲੋਨ ਵਗੈਰਾ ਲੈਤਾ, ਡਿਵੈਂਚਰਸ ਵਗੈਰਾ ਇਸ਼ੂ ਕੀਤੇ ਨੇ, ਇਹ ਸਾਰੇ ਕਾਹਦੇ ਅੰਡਰ ਆ ਜਾਂਦੇ ਨੇ, ਫਾਈਨੈਂਸਿੰਗ ਐਕਟੀਵਿਟੀਜ਼ ਦੇ ਵਿੱਚ। ਤਾਂ ਫਾਈਨੈਂਸਿੰਗ ਐਕਟੀਵਿਟੀ ਜਿਹੜਾ ਹੈਗਾ ਗਾ ਕਾਹਦੇ ਵਿੱਚ ਰਿਜ਼ਲਟਸ ਇਨ ਚੇਂਜਿਸ ਇਨ ਦੀ ਸਾਈਜ਼ ਐਂਡ ਕੰਪੋਜੀਸ਼ਨ ਆਫ ਦੀ ਓਨਰਸ ਕੈਪੀਟਲ। ਤਾਂ ਯਾਨੀ ਕਿ ਤੁਹਾਡਾ ਕੈਪੀਟਲ ਸਟਰਕਚਰ ਜਿਹੜਾ ਹੈਗਾ ਉਹ ਸਾਰਾ ਕਾਹਦੇ ਅੰਡਰ ਆਪਾਂ ਲੈ ਕੇ ਚੱਲਦੇ ਹਾਂ, ਫਾਈਨੈਂਸਿੰਗ ਐਕਟੀਵਿਟੀਜ਼ ਦੇ ਅੰਡਰ। ਤਾਂ ਇਹਦੇ ਵਿੱਚ ਕੀ ਚੀਜ਼ਾਂ ਇਨਕਲੂਡ ਹੋ ਜਾਣਗੀਆਂ, ਜੇ ਤੁਸੀਂ ਨੇ ਸ਼ੇਅਰ ਇਸ਼ੂ ਕੀਤੇ ਨੇ ਤਾਂ ਹੁਣ ਤੁਸੀਂ ਸ਼ੇਅਰ ਇਸ਼ੂ ਕੀਤੇ ਨੇ, ਇਨਵੈਸਟਰਸ ਨੇ ਤੁਹਾਡੇ ਸ਼ੇਅਰਸ ਲੈਤੇ ਨੇ, ਤਾਂ ਤੁਹਾਡਾ ਜਿਹੜਾ ਹੈਗਾ ਕੈਸ਼ ਇਨਫਲੋ ਹੋਏਗਾ ਕਾਹਦੇ ਅੰਡਰ, ਫਾਈਨੈਂਸਿੰਗ ਐਕਟੀਵਿਟੀਜ਼ ਦੇ ਅੰਡਰ।
ਸੈਕਿੰਡ ਕੈਸ਼ ਪੇਮੈਂਟਸ, ਤਾਂ ਜਦੋਂ ਪਹਿਲਾਂ ਤੁਸੀਂ ਨੇ ਸ਼ੇਅਰ ਇਸ਼ੂ ਕੀਤੇ ਨੇ ਜਾਂ ਤੁਸੀਂ ਨੇ ਜਿਹੜਾ ਹੈਗਾ ਗਾ ਸਪੋਜ਼ ਕਰੋ ਪ੍ਰੈਫਰੈਂਸ ਸ਼ੇਅਰ ਇਸ਼ੂ ਕੀਤੇ ਨੇ, ਤਾਂ ਉਹਨਾਂ ਜਿਹੜੇ ਸ਼ੇਅਰਸ ਹੈਗੇ ਨੇ ਉਹਨਾਂ ਨੂੰ ਤੁਸੀਂ ਹੁਣ ਰਿਡੀਮ ਕਰੋਗੇ, ਵਾਪਸ ਕਰੋਗੇ। ਰਿਡੈਂਪਸ਼ਨ ਦਾ ਮਤਲਬ ਕੀ ਹੁੰਦਾ ਗਾ ਕਿ ਤੁਸੀਂ ਉਹ ਸ਼ੇਅਰਸ ਨੂੰ ਵਾਪਸ ਕਰ ਰਹੇ ਹੋ, ਤਾਂ ਵਾਪਸ ਕਰਨ ਲਈ ਪੈਸੇ ਬਾਹਰ ਦੇਣੇ ਪੈਣਗੇ, ਤਾਂ ਤੁਹਾਡਾ ਆਊਟਫਲੋ ਹੋ ਜਾਊਗਾ ਕਾਹਦੇ ਅੰਡਰ, ਫਾਈਨੈਂਸਿੰਗ ਐਕਟੀਵਿਟੀਜ਼ ਦੇ ਅੰਡਰ। ਥਰਡ ਹੈਗਾ ਕੈਸ਼ ਪ੍ਰੋਸੀਡਸ ਫਰੋਮ ਇਸ਼ੂਇੰਗ ਡਿਵੈਂਚਰਸ, ਲੋਨ, ਨੋਟਸ, ਤਾਂ ਉਹੀ ਚੀਜ਼ ਤੁਸੀਂ ਡਿਵੈਂਚਰ ਇਸ਼ੂ ਕੀਤੇ ਤਾਂ ਕੈਸ਼ ਆਊਗਾ, ਅਤੇ ਜਦੋਂ ਤੁਸੀਂ ਜਿਹੜਾ ਹੈਗਾ ਉਹ ਡਿਵੈਂਚਰ ਵਾਪਸ ਕਰੋਗੇ ਤਾਂ ਕੈਸ਼ ਜਿਹੜਾ ਹੈਗਾ ਜਾਊਗਾ। ਜਾਂ ਫਿਰ ਜਿਹੜਾ ਹੈਗਾ ਗਾ ਨੈਕਸਟ ਤੁਸੀਂ ਨੇ ਕੀ ਹੈਗਾ ਕੋਈ ਜਿਹੜਾ ਹੈਗਾ ਲੋਨ ਲੈਤਾ, ਤਾਂ ਜਦੋਂ ਹੁਣ ਤੁਸੀਂ ਕੋਈ ਲੋਨ ਲੈਤਾ ਹੋਊਗਾ ਤਾਂ ਕੈਸ਼ ਇਨਫਲੋ ਹੋਊਗਾ, ਅਤੇ ਜਦੋਂ ਲੋਨ ਜਿਹੜਾ ਹੈਗਾ ਤੁਸੀਂ ਪੇ ਕਰੋਗੇ ਤਾਂ ਉਦੋਂ ਤੁਹਾਡਾ ਜਿਹੜਾ ਹੈਗਾ ਗਾ ਤੁਹਾਡੀ ਜਿਹੜੀ ਹੈਗੀ ਆ ਅਮਾਊਂਟ ਉਹ ਆਊਟਫਲੋ ਹੋਊਗੀ, ਤੁਹਾਡਾ ਕੈਸ਼ ਜਿਹੜਾ ਆਊਟਫਲੋ ਹੋਊਗਾ ਕਾਹਦੇ ਅੰਡਰ ਆਊਟਫਲੋ ਹੋਊਗਾ, ਤੁਹਾਡਾ ਫਾਈਨੈਂਸਿੰਗ ਐਕਟੀਵਿਟੀਜ਼ ਦੇ ਅੰਡਰ। ਤਾਂ ਹੁਣ ਦੇਖੋ ਬਰੀਫਲੀ ਜੇ ਹੁਣ ਇਹਨੂੰ ਸਮਝਿਆ ਜਾਵੇ ਤਾਂ ਕੈਸ਼ ਫਲੋ ਸੀਗਾ ਜਿਹੜਾ ਉਹ ਆਪਾਂ ਨੂੰ ਇਨਫਲੋ ਅਤੇ ਆਊਟਫਲੋ ਦੱਸਦਾ ਹੈਗਾ 3 ਐਕਟੀਵਿਟੀਜ਼ ਦੇ ਅੰਡਰ। ਪਹਿਲੀ ਓਪਰੇਟਿੰਗ, ਬਿਜ਼ਨਸ ਦੇ ਮੇਨ ਓਪਰੇਸ਼ਨਸ ਕੀ ਨੇ, ਕੰਮ ਕੀ ਹੈ। ਸੈਕਿੰਡ ਇਨਵੈਸਟਿੰਗ, ਯਾਨੀ ਕਿ ਜਿਹੜਾ ਵੀ ਬਿਜ਼ਨਸ ਹੈ ਉਹਨੇ ਲੌਂਗ ਟਰਮ ਐਸਿਡਸ ਖਰੀਦੀਆਂ ਨੇ ਜਾਂ ਕੋਈ ਇਨਵੈਸਟਮੈਂਟ ਕਿਤੇ ਕੀਤੀ ਹੋਈ ਆ ਉਸ ਤੋਂ ਇਨਫਲੋ ਜਾਂ ਆਊਟਫਲੋ ਦੱਸਦਾ ਸੀ। ਅਤੇ ਥਰਡ ਜਿਹੜੀ ਹੈਗੀ ਆ ਫਾਈਨੈਂਸਿੰਗ ਐਕਟੀਵਿਟੀ, ਜਿਹਦੇ ਵਿੱਚ ਜਿਹੜਾ ਹੈਗਾ ਕੈਪੀਟਲ ਸਟਰਕਚਰ ਨਾਲ ਰਿਲੇਟਡ ਸਾਰੀਆਂ ਚੀਜ਼ਾਂ ਇਨਕਲੂਡ ਨੇ, ਯਾਨੀ ਕਿ ਤੁਸੀਂ ਸ਼ੇਅਰ ਇਸ਼ੂ ਕੀਤੇ ਨੇ, ਡਿਵੈਂਚਰ ਇਸ਼ੂ ਕੀਤੇ ਨੇ, ਕੋਈ ਲੋਨ ਲੈਤਾ ਹੈਗਾ, ਤਾਂ ਉਸ 'ਤੇ ਜੋ ਵੀ ਇਨਫਲੋ ਹੋਇਆ ਜਾਂ ਆਊਟਫਲੋ ਹੋਇਆ ਉਹ ਆਪਾਂ ਕਾਹਦੇ ਅੰਡਰ ਕੰਸੀਡਰ ਕਰਦੇ ਹਾਂ, ਫਾਈਨੈਂਸਿੰਗ ਐਕਟੀਵਿਟੀਜ਼ ਦੇ ਅੰਡਰ। ਤਾਂ ਹੁਣ ਅੱਗੇ ਜਿਹੜਾ ਹੈਗਾ ਇਹਦਾ ਆਪਾਂ ਨੂੰ ਫਾਰਮੈਟ ਦੇ ਅੰਡਰ ਜਿਹੜਾ ਹੈਗਾ ਦਿੱਤੀਆਂ ਹੋਈਆਂ ਸਾਰੀਆਂ ਐਕਟੀਵਿਟੀਜ਼ ਦੀ ਕੀ ਚੀਜ਼ਾਂ ਜਿਹੜੀਆਂ ਕਿਹੜੀ ਐਕਟੀਵਿਟੀਜ਼ ਦੇ ਅੰਡਰ ਤੁਸੀਂ ਜਿਹੜੀਆਂ ਰਿਕਾਰਡ ਕਰਨੀਆਂ। ਤਾਂ ਪਹਿਲਾਂ ਓਪਰੇਟਿੰਗ ਐਕਟੀਵਿਟੀਜ਼ ਦੇ ਵਿੱਚ ਕੀ ਹੈ, ਕੈਸ਼ ਸੇਲਸ। ਤਾਂ ਹੁਣ ਸੇਲ ਤੁਸੀਂ ਕਾਹਦੀ ਕਰੋਗੇ, ਜਿਹੜੀ ਚੀਜ਼ ਤੁਸੀਂ ਨੇ ਪ੍ਰੋਡਿਊਸ ਕੀਤੀ ਹੈ, ਤਾਂ ਪ੍ਰੋਡਕਸ਼ਨ ਕਰਨਾ ਤੁਹਾਡਾ ਮੇਨ ਓਪਰੇਸ਼ਨ ਹੈ। ਤਾਂ ਜਦੋਂ ਤੁਸੀਂ ਸੇਲ ਕੀਤੀ ਤਾਂ ਕੈਸ਼ ਆਇਆ, ਤਾਂ ਤੁਹਾਡਾ ਕੈਸ਼ ਸੇਲ ਤੋਂ ਕੈਸ਼ ਇਨਫਲੋ ਹੋਇਆ ਕਾਹਦੇ ਅੰਡਰ, ਓਪਰੇਟਿੰਗ ਐਕਟੀਵਿਟੀ ਦੇ ਅੰਡਰ। ਸੈਕਿੰਡ ਕੀ ਹੈ, ਸੈਕਿੰਡ ਆਈਟਮ ਹੈਗੀ ਆ ਕੈਸ਼ ਰਿਸੀਵਡ ਫਰੋਮ ਟਰੇਡ ਰਿਸੀਵੇਬਲ, ਯਾਨੀ ਕਿ ਟਰੇਡ ਤੋਂ ਜਿਹੜੇ ਹੈਗੇ ਆਪਣੇ ਰਿਸੀਵੇਬਲਸ ਨੇ ਜਿਹੜੇ ਉਹਨਾਂ ਤੋਂ ਆਪਾਂ ਨੂੰ ਕੈਸ਼ ਰਿਸੀਵ ਹੋਇਆ। ਤਾਂ ਹੁਣ ਟਰੇਡ ਰਿਸੀਵੇਬਲ ਵੀ ਤਾਂ ਹੀ ਬਣੇ ਹੋਣੇ ਆ ਜੇ ਤੁਸੀਂ ਜਿਹੜਾ ਹੈਗਾ ਉਧਾਰ 'ਤੇ ਆਪਣਾ ਸਮਾਨ ਸੇਲ ਕੀਤਾ ਹੋਣਾ, ਯਾਨੀ ਮੇਨ ਪ੍ਰੋਡਕਸ਼ਨ ਤੁਹਾਡਾ ਜਿਹੜੀ ਚੀਜ਼ ਦਾ ਹੋਇਆ ਉਹ ਤੁਹਾਡੀਆਂ ਸੇਲਸ ਤੁਸੀਂ ਕ੍ਰੈਡਿਟ 'ਤੇ ਕੀਤੀਆਂ, ਤਾਂ ਹੁਣ ਉਹ ਰਿਸੀਵੇਬਲ ਬਣ ਗਏ। ਤਾਂ ਉਹ ਰਿਸੀਵੇਬਲ ਨੇ ਹੁਣ ਤੁਹਾਨੂੰ ਕੈਸ਼ ਪੇ ਕਰਤਾ, ਸਿੰਪਲ ਫਾਰਮ ਦੇ ਵਿੱਚ ਤੁਹਾਡੇ ਡੈਟਰਸ ਨੇ ਜਿਹੜੇ ਉਹਨਾਂ ਨੇ ਕੈਸ਼ ਪੇ ਕਰਤਾ, ਤਾਂ ਤੁਹਾਨੂੰ ਕੈਸ਼ ਰਿਸੀਵ ਹੋ ਗਿਆ ਓਪਰੇਟਿੰਗ ਐਕਟੀਵਿਟੀਜ਼ ਦੇ ਅੰਡਰ। ਥਰਡ ਤੁਸੀਂ ਕੋਈ ਕਮਿਸ਼ਨ ਰਿਸੀਵ ਕੀਤਾ, ਰੋਇਲਟੀ ਰਿਸੀਵ ਕੀਤੀ ਹੈ, ਜਾਂ ਕੋਈ ਇਨਕਮ ਟੈਕਸ ਰਿਫੰਡ ਜਿਹੜਾ ਹੈਗਾ ਰਿਸੀਵ ਕੀਤਾ, ਯਾਨੀ ਇਨਕਮ ਟੈਕਸ ਰਿਫੰਡ ਕੀ ਹੁੰਦਾ, ਸਪੋਜ਼ ਕਰੋ ਤਾਂ ਤੁਸੀਂ 1 ਲੱਖ ਦਾ ਟੈਕਸ ਪੇ ਕਰਤਾ, ਬਟ ਗੌਰਮੈਂਟ ਨੇ ਤੁਹਾਨੂੰ 50,000 ਰਿਫੰਡ ਕਰਤਾ, ਯਾਨੀ ਕਿ ਪੈਸੇ ਜਿਹੜੇ ਹੈਗੇ ਟੈਕਸ ਜਿਹੜਾ ਵਾਪਸ ਕਰਤਾ। ਤਾਂ ਟੈਕਸ ਵਾਪਸ ਕਰਤਾ ਤਾਂ ਤੁਹਾਨੂੰ ਇਨਫਲੋ ਹੋਇਆ ਗਾ, ਪੈਸਾ ਵਾਪਸ ਆਇਆ, ਤਾਂ ਇਨਫਲੋ ਹੋਊਗਾ ਅੰਡਰ ਓਪਰੇਟਿੰਗ ਐਕਟੀਵਿਟੀਜ਼। ਅੱਗੇ ਆਊਟਫਲੋ ਦੇ ਵਿੱਚ ਜਿਹੜਾ ਹੈਗਾ ਹੁਣ ਉਸ ਮੇਨ ਓਪਰੇਸ਼ਨਸ 'ਤੇ ਕੀ ਖਰਚਾ ਆਇਆ, ਤੁਸੀਂ ਕੋਈ ਪਰਚੇਜ਼ ਕੀਤੀ ਹੋਣੀ ਹੈ, ਜਿਵੇਂ ਰॉ ਮਟੀਰੀਅਲ ਖਰੀਦਿਆ ਹੋਣਾ, ਕ੍ਰੈਡੀਟਰਸ ਨੂੰ ਪੇ ਕੀਤਾ ਹੋਣਾ। ਹੁਣ ਰॉ ਮਟੀਰੀਅਲ ਖਰੀਦਣ ਲਈ ਹੋ ਸਕਦਾ ਤੁਸੀਂ ਉਹ ਰॉ ਮਟੀਰੀਅਲ ਜਿਹੜਾ ਹੈਗਾ ਗਾ ਉਧਾਰ 'ਤੇ ਜਿਹੜਾ ਖਰੀਦਿਆ ਹੋਵੇ, ਤਾਂ ਜਦੋਂ ਹੁਣ ਤੁਸੀਂ ਉਧਾਰ 'ਤੇ ਖਰੀਦਿਆ ਹੋਣਾ ਤਾਂ ਤੁਸੀਂ ਸਪਲਾਇਰਸ ਨੂੰ ਕੈਸ਼ ਪੇ ਕਰਨਾ, ਬਾਅਦ 'ਚੋਂ ਪੇ ਕਰੋਗੇ। ਜਦੋਂ ਹੁਣ ਉਹ ਪੇ ਕਰੋਗੇ ਤਾਂ ਉਸ ਟਾਈਮ ਜਿਹੜਾ ਹੈਗਾ ਤੁਹਾਡਾ ਆਊਟਫਲੋ ਹੋਊਗਾ ਅੰਡਰ ਓਪਰੇਟਿੰਗ ਐਕਟੀਵਿਟੀਜ਼। ਥਰਡ ਹੈਗਾ ਗਾ ਕੈਸ਼ ਓਪਰੇਟਿੰਗ ਐਕਸਪੈਂਸਿਸ, ਤਾਂ ਕੁਛ ਵੀ ਉਹਨਾਂ ਓਪਰੇਸ਼ਨਸ 'ਤੇ ਜਿਹੜੇ ਵੀ ਖਰਚੇਸ ਆਏ ਨੇ ਕੈਸ਼ ਦੇ ਵਿੱਚ ਤਾਂ ਉਹ ਵੀ ਜਿਹੜੇ ਹੈਗੇ ਆਊਟਫਲੋ ਦੇ ਵਿੱਚ ਆ ਜਾਣਗੇ। ਕੋਈ ਵੇਜਿਸ ਪੇ ਕੀਤੀਆਂ ਨੇ, ਜਿਹੜੀਆਂ ਸੈਲਰੀਜ਼ ਪੇ ਕੀਤੀਆਂ ਨੇ, ਅਤੇ ਪਲੱਸ ਜਿਹੜਾ ਇਨਕਮ ਟੈਕਸ ਪੇ ਕੀਤਾ, ਤਾਂ ਇਹ ਸਾਰਾ ਜਿਹੜਾ ਹੈਗਾ ਕੈਸ਼ ਫਲੋ ਕਾਹਦੇ ਅੰਡਰ ਆਊਗਾ, ਓਪਰੇਟਿੰਗ ਐਕਟੀਵਿਟੀਜ਼ ਦੇ ਅੰਡਰ। ਨੈਕਸਟ ਜੇਕਰ ਹੁਣ ਉਹੀ ਕਹਿੰਦੇ ਕਿ ਜੇ ਫਾਈਨੈਂਸ਼ੀਅਲ ਕੰਪਨੀ ਹੋਵੇ, ਜਿਵੇਂ ਆਪਾਂ ਕੱਲ੍ਹ ਵੀ ਕੀਤਾ ਸੀ, ਫਾਈਨੈਂਸ਼ੀਅਲ ਕੰਪਨੀ ਦੇ ਕੇਸ ਦੇ ਵਿੱਚ ਕੀ ਹੁੰਦਾ ਹੈਗਾ ਕਿ ਜਿਹੜਾ ਫਾਈਨੈਂਸ਼ੀਅਲ ਕੰਪਨੀ ਹੈ ਜਿਹੜੀ ਉਹਦਾ ਮੇਨ ਪਰਪਸ ਜਿਹੜਾ ਹੈਗਾ ਜਾਂ ਮੇਨ ਜਿਹੜਾ ਓਪਰੇਸ਼ਨ ਕੀ ਹੁੰਦਾ ਹੈਗਾ, ਉਹਨੇ ਜਾਂ ਤਾਂ ਜਿਹੜਾ ਹੈਗਾ ਲੋਨ ਪ੍ਰੋਵਾਈਡ ਕਰਨੇ ਹੁੰਦੇ ਨੇ, ਜਾਂ ਲੋਨ ਜਿਹੜੇ ਹੈਗੇ ਲੈਣੇ ਹੁੰਦੇ ਨੇ, ਜਾਂ ਸਿਕਿਉਰਿਟੀਜ਼ ਦੇ ਵਿੱਚ ਜਿਹੜਾ ਹੈਗਾ ਇਨਵੈਸਟਮੈਂਟ ਕਰਨੀ ਹੁੰਦੀ ਹੈ, ਸਿਕਿਉਰਿਟੀਜ਼ ਜਾਂ ਸੇਲ ਕਰਨੀਆਂ ਹੁੰਦੀਆਂ ਨੇ ਜਾਂ ਪਰਚੇਜ਼ ਕਰਨੀਆਂ ਹੁੰਦੀਆਂ ਨੇ। ਤਾਂ ਹੁਣ ਉਸ ਕੇਸ ਦੇ ਵਿੱਚ ਹੁਣ ਉਹਦਾ ਮੇਨ ਕੰਮ ਹੀ ਸਿਕਿਉਰਿਟੀਜ਼ ਦਾ ਹੈ। ਤਾਂ ਜਦੋਂ ਸਿਕਿਉਰਿਟੀਜ਼ ਉਹ ਸੇਲ ਕਰੂਗੀ ਤਾਂ ਕੈਸ਼ ਇਨਫਲੋ ਹੋਊਗਾ, ਅਤੇ ਉਹਨਾਂ ਸਿਕਿਉਰਿਟੀਜ਼ 'ਤੇ ਜੇ ਕੋਈ ਉਹਨੂੰ ਕੈਸ਼ ਜਿਹੜਾ ਰਿਸੀਵ ਹੁੰਦਾ ਕਾਹਦੇ ਲਈ, ਇੰਟਰਸਟ ਜਾਂ ਡਿਵੀਡੈਂਡ ਦੇ ਲਈ, ਤਾਂ ਉਹ ਇਨਫਲੋ ਹੋਊਗਾ। ਇੱਧਰ ਜਿਹੜਾ ਹੈਗਾ ਜਦੋਂ ਉਹ ਇਹ ਸਿਕਿਉਰਿਟੀਜ਼ ਨੂੰ ਪਰਚੇਜ਼ ਕਰੂਗੀ ਤਾਂ ਕੈਸ਼ ਆਊਟਫਲੋ ਹੋਊਗਾ, ਅਤੇ ਜਿਹੜੀਆਂ ਸਿਕਿਉਰਿਟੀਜ਼ ਉਹਨੇ ਜਿਹੜੀਆਂ ਹੈਗੀਆਂ ਲੈਤੀਆਂ ਹੋਈਆਂ ਨੇ ਕਿਸੇ ਦੀਆਂ, ਤਾਂ ਉਹਨਾਂ 'ਤੇ ਜਦੋਂ ਉਹ ਇੰਟਰਸਟ ਪੇ ਕਰੂਗੀ ਤਾਂ ਉਹਨਾਂ 'ਤੇ ਜਿਹੜਾ ਹੈਗਾ ਗਾ ਇਹ ਜਿਹੜਾ ਕੈਸ਼ ਆਊਟਫਲੋ ਹੋਊਗਾ। ਅੱਗੇ ਹੈਗਾ ਇਨਵੈਸਟਿੰਗ ਐਕਟੀਵਿਟੀਜ਼, ਤਾਂ ਇਨਵੈਸਟਿੰਗ ਐਕਟੀਵਿਟੀਜ਼ ਦੇ ਵਿੱਚ ਕੀ ਹੈ, ਫਰੋਮ ਲੌਂਗ ਟਰਮ ਐਸਿਡਸ, ਯਾਨੀ ਕਿ ਤੁਸੀਂ ਲੌਂਗ ਟਰਮ ਐਸਿਡਸ ਦੇ ਵਿੱਚ ਜੇਕਰ ਕੁਛ ਵੀ ਇਨਵੈਸਟਮੈਂਟ ਕੀਤੀ ਹੈ ਤਾਂ ਜਦੋਂ ਤੁਸੀਂ ਇਨਵੈਸਟਮੈਂਟ ਕਰੋਗੇ ਤਾਂ ਤੁਹਾਡਾ ਕੈਸ਼ ਆਊਟਫਲੋ ਹੋਊਗਾ, ਅਤੇ ਉਹਨਾਂ ਦੀ ਸੇਲ ਵਗੈਰਾ ਤੋਂ ਜਿਹੜੇ ਪੈਸੇ ਹੋਣਗੇ ਉਹ ਤੁਹਾਡਾ ਇਨਫਲੋ ਹੋਊਗਾ। ਤਾਂ ਹੁਣ ਜਿਵੇਂ ਸੇਲ ਆਫ ਫਿਕਸਡ ਐਸਿਡ ਤੁਸੀਂ ਵੇਚਤੀ, ਕੈਸ਼ ਇਨਫਲੋ ਹੋ ਗਿਆ, ਇਨਵੈਸਟਮੈਂਟ ਵੇਚਤੀ, ਇਨਫਲੋ ਹੋ ਗਿਆ, ਇੰਟਰਸਟ ਰਿਸੀਵ ਹੋ ਗਿਆ। ਤਾਂ ਹੁਣ ਦੇਖੋ ਤੁਸੀਂ ਨੇ ਇਨਵੈਸਟਮੈਂਟ ਕੀਤੀ ਹੋਈ ਸੀ ਬਾਹਰ ਕਿਸੇ ਹੋਰ ਕੰਪਨੀ ਦੇ, ਤੁਸੀਂ
ਸ਼ੇਅਰਸ ਖਰੀਦੇ ਹੋਏ ਸੀ ਜਾਂ ਕਿਸੇ ਹੋਰ ਕੰਪਨੀ ਨੂੰ ਤੁਸੀਂ ਲੋਨ ਦਿੱਤਾ ਹੋਇਆ ਸੀ, ਤੁਸੀਂ ਬਾਹਰ ਇਨਵੈਸਟਮੈਂਟ ਕੀਤੀ ਹੋਈ ਸੀ, ਹੁਣ ਉਹ ਸ਼ੇਅਰਸ 'ਤੇ ਤੁਹਾਨੂੰ ਡਿਵੀਡੈਂਟ ਮਿਲਿਆ, ਉਸ ਇਨਵੈਸਟਮੈਂਟ 'ਤੇ ਤੁਹਾਨੂੰ ਇਨਕਮ ਹੋਈ, ਤਾਂ ਉਹ ਇਨਵੈਸਟਮੈਂਟ ਦੀ ਇਨਕਮ ਕਾਹਦੇ ਅੰਡਰ ਆਊਗੀ? ਤੁਹਾਡੀ ਇਨਵੈਸਟਿੰਗ ਐਕਟੀਵਿਟੀਜ਼ ਦੇ ਅੰਡਰ ਆਊਗੀ। ਯਾਨੀ ਤੁਸੀਂ ਕਿਸੇ ਹੋਰ ਕੰਪਨੀ ਦੇ ਵਿੱਚ ਸ਼ੇਅਰ ਜਿਹੜੇ ਹੈਗੇ ਲੈਤੇ ਹੋਏ ਸੀਗੇ, ਉਹਨਾਂ ਸ਼ੇਅਰਸ 'ਤੇ ਤੁਹਾਨੂੰ ਡਿਵੀਡੈਂਟ ਹੋਇਆ ਰਿਸੀਵ, ਤਾਂ ਹੁਣ ਤੁਸੀਂ ਜਿਹੜਾ ਹੈਗਾ ਗਾ ਉਹ ਤੁਹਾਡੀ ਇਨਵੈਸਟਮੈਂਟ 'ਤੇ ਤੁਹਾਨੂੰ ਡਿਵੀਡੈਂਟ ਮਿਲਿਆ, ਤਾਂ ਉਹ ਕਾਹਦੇ ਅੰਡਰ ਆਊਗਾ ਡਿਵੀਡੈਂਟ? ਤੁਹਾਡੀ ਇਨਵੈਸਟਿੰਗ ਐਕਟੀਵਿਟੀਜ਼ ਦੇ ਅੰਡਰ। ਤੁਸੀਂ ਕਿਸੇ ਹੋਰ ਕੰਪਨੀ ਨੂੰ ਜਾਂ ਕਿਸੇ ਇੰਡੀਵਿਜੂਅਲ ਨੂੰ ਲੋਨ ਦਿੱਤਾ ਹੋਇਆ ਸੀ, ਉਸ ਲੋਨ 'ਤੇ ਤੁਹਾਨੂੰ ਜਿਹੜਾ ਹੈਗਾ ਇੰਟਰਸਟ ਮਿਲਿਆ, ਬਾਹਰ ਕਿਸੇ ਨੂੰ ਲੋਨ ਦਿੱਤਾ ਹੋਇਆ ਸੀ, ਇੱਕ ਤਰ੍ਹਾਂ ਨਾਲ ਇਨਵੈਸਟਮੈਂਟ ਕੀਤੀ ਹੋਈ ਸੀ, ਉਸ 'ਤੇ ਜਿਹੜਾ ਇੰਟਰਸਟ ਤੁਹਾਨੂੰ ਰਿਸੀਵ ਹੋਇਆ ਉਹ ਕਾਹਦੇ ਅੰਡਰ ਆਊਗਾ? ਤੁਹਾਡਾ ਇਨਵੈਸਟਿੰਗ ਐਕਟੀਵਿਟੀਜ਼ ਦੇ ਅੰਡਰ। ਅੱਗੇ ਕਹਿੰਦੇ ਰੈਂਟ ਫਰੋਮ ਪ੍ਰੋਪਰਟੀ ਹੈਲਡ ਐਜ਼ ਅ ਇਨਵੈਸਟਮੈਂਟ, ਤਾਂ ਹੁਣ ਤੁਸੀਂ ਜਿਹੜੀ ਹੈਗੀ ਕਿਸੇ ਕੋਈ ਪ੍ਰੋਪਰਟੀ ਲੈ ਲਈ, ਵੀ ਆਪਾਂ ਇਨਵੈਸਟਮੈਂਟ ਪਰਪਸ ਲਈ ਕਰਦੇ ਹਾਂ, ਕੋਈ ਬਿਲਡਿੰਗ ਸਪੋਜ਼ ਕਰੋ ਲੈ ਲਈ, ਅਤੇ ਉਹ ਬਿਲਡਿੰਗ ਨੂੰ ਫਿਰ ਆਪਾਂ ਨੇ ਕਿਰਾਏ 'ਤੇ ਜਿਹੜਾ ਦੇਣ ਲੱਗ ਗਏ ਆਪਾਂ, ਜਾਂ ਕੋਈ ਹਾਊਸ ਲੈ ਲਿਆ ਉਹਦੇ 'ਤੇ ਆਪਾਂ ਜਿਹੜਾ ਹੈਗਾ ਕਿਰਾਏ 'ਤੇ ਉਹਨੂੰ ਦੇਣ ਲੱਗ ਗਏ, ਤਾਂ ਫਿਰ ਇੱਕ ਇਨਵੈਸਟਮੈਂਟ ਹੀ ਕੀਤੀ ਹੋਈ ਆ ਉਸ ਘਰ ਦੇ ਵਿੱਚ, ਤਾਂ ਕਿ ਆਪਾਂ ਨੂੰ ਫਿਊਚਰ ਦੇ ਵਿੱਚ ਉਹ ਤੋਂ ਜਿਹੜੀ ਇਨਕਮ ਹੁੰਦੀ ਰਹੇ। ਤਾਂ ਇਹ ਵੀ ਜਿਹੜੀ ਹੈਗੀ ਆਪਣਾ ਰੈਂਟ ਜਿਹੜਾ ਐਵੇਂ ਦੀ ਪ੍ਰੋਪਰਟੀ ਤੋਂ ਰਿਸੀਵ ਹੋਇਆ, ਜਿਹੜੀ ਕਿ ਆਪਾਂ ਸਪੈਸ਼ਲ ਇਸ ਪਰਪਸ ਲਈ ਰੱਖੀ ਹੋਈ ਹੈ, ਉਹਨੂੰ ਵੀ ਆਪਾਂ ਕਾਹਦੇ ਅੰਡਰ ਲਵਾਂਗੇ? ਇਨਵੈਸਟਿੰਗ ਐਕਟੀਵਿਟੀਜ਼ ਦੇ ਅੰਡਰ। ਅੱਗੇ ਹੈਗਾ ਕੈਸ਼ ਆਊਟਫਲੋ, ਤਾਂ ਉਹੀ ਚੀਜ਼ ਫਿਕਸ ਐਸਿਡ ਖਰੀਦਣ 'ਤੇ ਤੁਸੀਂ ਜਿਹੜਾ ਪੈਸਾ ਦਿੱਤਾ, ਪਲੱਸ ਤੁਸੀਂ ਜਿਹੜਾ ਹੈਗਾ ਗਾ ਪਰਚੇਜ਼ ਕੀਤੀ ਹੈ ਇਨਵੈਸਟਮੈਂਟ ਦੀ, ਠੀਕ ਹੈ ਜੀ। ਅੱਗੇ ਕਹਿੰਦੇ ਫਾਈਨੈਂਸਿੰਗ ਐਕਟੀਵਿਟੀਜ਼, ਤਾਂ ਫਾਈਨੈਂਸਿੰਗ ਐਕਟੀਵਿਟੀਜ਼ ਦੇ ਵਿੱਚ ਕੀ ਆਊਗਾ? ਇਹਦੇ ਵਿੱਚ ਤੁਹਾਡੀ ਕੈਪੀਟਲ ਅਤੇ ਬੋਰਿੰਗਸ ਨੂੰ ਆਪਾਂ ਲੈ ਕੇ ਚੱਲਦੇ ਹਾਂ। ਤਾਂ ਕੈਪੀਟਲ ਦੇ ਵਿੱਚ ਕੀ ਆ ਗਿਆ? ਤੁਸੀਂ ਸ਼ੇਅਰ ਇਸ਼ੂ ਕੀਤੇ, ਕਿਸੇ ਨੇ ਆਪਣੇ ਸ਼ੇਅਰਸ ਲੈਤੇ ਅਤੇ ਕੈਸ਼ ਆ ਗਿਆ। ਡਿਵੈਂਚਰਸ ਇਸ਼ੂ ਕੀਤੇ ਤਾਂ ਕੈਸ਼ ਆ ਗਿਆ, ਕਿਸੇ ਤੋਂ ਲੋਨ ਲੈਤਾ ਅਤੇ ਕੈਸ਼ ਆ ਗਿਆ। ਆਊਟਫਲੋ ਦੇ ਵਿੱਚ ਕੀ ਹੋਊਗਾ? ਹੁਣ ਜਿਹੜੇ ਸ਼ੇਅਰ ਜਿਹੜੇ ਹੈਗੇ ਖਰੀਦੇ ਸੀ, ਪ੍ਰੈਫਰੈਂਸ ਸ਼ੇਅਰ ਜਿਹੜੇ ਹੈਗੇ ਆਪਾਂ ਖਰੀਦੇ ਸੀ, ਉਹਦੀ ਜਿਹੜੀ ਹੈਗੀ ਆ ਰੀਪੇਮੈਂਟ ਕਰਤੀ ਜਾਂ ਰਿਡੈਂਪਸ਼ਨ ਕੀਤੀ ਤਾਂ ਕੈਸ਼ ਗਿਆ। ਲੋਨ ਦੀ ਜਿਹੜੀ ਰੀਪੇਮੈਂਟ ਕੀਤੀ ਤਾਂ ਲੋਨ ਜਦੋਂ ਬਾਹਰ ਪੇ ਕੀਤਾ ਵਾਪਸ ਆਪਾਂ ਕੈਸ਼ ਜਿਹੜਾ ਹੈਗਾ ਦਿੱਤਾ ਤਾਂ ਗਿਆ। ਅੱਗੇ ਹੈਗਾ ਇਕੁਇਟੀ ਸ਼ੇਅਰਸ ਬਾਏ ਬੈਕ ਕੀਤੇ। ਬਾਏ ਬੈਕ ਆਫ ਇਕੁਇਟੀ ਸ਼ੇਅਰਸ ਦੇ ਵਿੱਚ ਕੀ ਹੁੰਦਾ ਹੈਗਾ ਕਿ ਜਿਹੜੇ ਇਨਵੈਸਟਰਸ ਨੇ ਉਹਨਾਂ ਨੇ ਆਪਾਂ ਨੂੰ ਜਿਹੜੇ ਹੈਗੇ ਆ ਆਪਣੇ ਇਕੁਇਟੀ ਸ਼ੇਅਰ ਦੇ ਵਿੱਚ ਇਨਵੈਸਟਮੈਂਟ ਕਰਕੇ ਆਪਾਂ ਨੂੰ ਪੈਸਾ ਦਿੱਤਾ ਹੋਇਆ, ਤਾਂ ਕੰਪਨੀ ਕਈ ਵਾਰ ਕੀ ਕਰਦੀ ਹੈ ਕਿ ਜਿਹੜੇ ਸ਼ੇਅਰਸ ਉਹਨਾਂ ਨੇ ਇਨਵੈਸਟਰਸ ਨੂੰ ਇਸ਼ੂ ਕੀਤੇ ਹੁੰਦੇ ਨੇ, ਸਪੋਜ਼ ਕਰੋ ਕਿਸੇ ਇਨਵੈਸਟਰ ਨੇ 10 ਸ਼ੇਅਰ ਲੈਤੇ ਹੋਏ ਨੇ, ਤਾਂ ਹੁਣ ਕੰਪਨੀ ਕਈ ਵਾਰ ਆਪਣੇ ਹੀ ਸ਼ੇਅਰ ਵਾਪਸ ਖਰੀਦ ਲੈਂਦੀ ਹੁੰਦੀ ਹੈ, ਯਾਨੀ ਕਿ ਹੁਣ ਉਸ ਬੰਦੇ ਤੋਂ ਹੀ ਉਹਨੇ 5 ਸ਼ੇਅਰ ਵਾਪਸ ਖਰੀਦ ਲਏ, ਤਾਂ ਹੁਣ ਉਸ ਬੰਦੇ ਕੋਲ ਕਿੰਨੇ ਰਹਿ ਗਏ? ਸਿਰਫ 5 ਰਹਿ ਗਏ, ਅਤੇ 5 ਕੰਪਨੀ ਨੇ ਬਾਏ ਬੈਕ ਕਰ ਲਏ, ਯਾਨੀ ਕਿ ਵਾਪਸ ਖਰੀਦ ਲਏ। ਤਾਂ ਹੁਣ ਜਦੋਂ ਵਾਪਸ ਸ਼ੇਅਰ ਜਿਹੜੇ ਤੁਸੀਂ ਲੈ ਰਹੇ ਹੋ, ਤਾਂ ਓਬਵੀਅਸ ਦੀ ਗੱਲ ਹੈ ਉਦੋਂ ਤੁਸੀਂ ਕੈਸ਼ ਪੇ ਕਰੋਗੇ, ਤਾਂ ਕੈਸ਼ ਆਊਟਫਲੋ ਹੋਊਗਾ। ਨੈਕਸਟ ਹੈਗਾ ਡਿਵੀਡੈਂਡ ਪੇਡ ਫੋਰ ਪ੍ਰੀਵੀਅਸ ਈਅਰ, ਤਾਂ ਯਾਨੀ ਕਿ ਤੁਸੀਂ ਡਿਵੀਡੈਂਡ ਜਿਹੜਾ ਪੇ ਕੀਤਾ, ਤਾਂ ਹੁਣ ਡਿਵੀਡੈਂਡ ਪੇ ਕੀਤਾ ਕਿਸੇ ਤੋਂ, ਤੁਸੀਂ ਸ਼ੇਅਰਸ ਜਿਹੜੇ ਹੈਗੇ ਕਿਸੇ ਨੂੰ ਤੁਸੀਂ ਸ਼ੇਅਰ ਇਸ਼ੂ ਕੀਤੇ ਆ, ਕਿਸੇ ਬੰਦੇ ਨੇ ਤੁਹਾਡੀ ਕੰਪਨੀ ਦੇ ਵਿੱਚ ਇਨਵੈਸਟਮੈਂਟ ਕੀਤੀ ਆ, ਤਾਂ ਤੁਸੀਂ ਜਿਹੜਾ ਹੈਗਾ ਫਾਈਨਾਂਸ ਉਹਨੇ ਪ੍ਰੋਵਾਈਡ ਕਰਵਾਇਆ ਤੁਹਾਨੂੰ, ਹੁਣ ਉਸ ਪ੍ਰੋਵਾਈਡਡ ਫਾਈਨਾਂਸ 'ਤੇ ਉਸ ਬੰਦੇ ਨੂੰ ਤੁਸੀਂ ਡਿਵੀਡੈਂਟ ਦੇ ਰਹੇ ਹੋ, ਤਾਂ ਇਹ ਡਿਵੀਡੈਂਟ ਜਿਹੜਾ ਤੁਸੀਂ ਪੇ ਕਰ ਰਹੇ ਹੋ ਕਿਸੇ ਨੂੰ ਕਿਸੇ ਦੇ ਸ਼ੇਅਰਸ 'ਤੇ, ਉਹ ਤੁਹਾਡਾ ਆਊਗਾ ਫਾਈਨਾਂਸਿੰਗ ਐਕਟੀਵਿਟੀਜ਼ ਦੇ ਅੰਦਰ। ਅਤੇ ਕਿਸੇ ਬੰਦੇ ਨੂੰ ਤੁਸੀਂ ਉਹਦੇ ਲੋਨ 'ਤੇ ਜਾਂ ਉਹਦੇ ਡਿਵੈਂਚਰਸ 'ਤੇ ਤੁਸੀਂ ਇੰਟਰਸਟ ਪੇ ਕਰ ਰਹੇ ਹੋ, ਤਾਂ ਉਹ ਵੀ ਤੁਹਾਡਾ ਕਾਹਦੇ ਅੰਡਰ ਆਊਗਾ? ਫਾਈਨਾਂਸਿੰਗ ਐਕਟੀਵਿਟੀਜ਼ ਦੇ ਅੰਡਰ। ਤਾਂ ਹੁਣ ਇਹਦੇ 'ਚ ਕਨਫਿਊਜ਼ ਨਹੀਂ ਹੋਣਾ ਕਿ ਜਦੋਂ ਆਪਾਂ ਕਿਸੇ ਕੰਪਨੀ ਦੇ ਵਿੱਚ ਜਿਹੜਾ ਹੈਗਾ ਸ਼ੇਅਰ ਖਰੀਦ ਰਹੇ ਹਾਂ ਜਾਂ ਆਪਾਂ ਡਿਵੈਂਚਰਸ ਜਿਹੜੇ ਹੈਗੇ ਆ ਲੈ ਰਹੇ ਹਾਂ, ਤਾਂ ਉਸ ਟਾਈਮ ਉਹ ਕੰਪਨੀ ਜਿਹੜੀ ਆਪਾਂ ਨੂੰ ਪੇ ਕਰਦੀ ਆ, ਉਹ ਆਪਣਾ ਹੁੰਦਾ ਇਨਵੈਸਟਿੰਗ ਐਕਟੀਵਿਟੀਜ਼ ਦੇ ਅੰਡਰ। ਇਨਵੈਸਟਿੰਗ ਐਕਟੀਵਿਟੀਜ਼ ਦੇ ਅੰਡਰ ਕਿਉਂ? ਕਿਉਂਕਿ ਆਪਾਂ ਕਿਸੇ ਦੀ ਕੰਪਨੀ ਦੇ ਵਿੱਚ ਇਨਵੈਸਟਮੈਂਟ ਕੀਤੀ ਹੋਈ ਹੈ, ਉਹ 'ਤੇ ਆਪਾਂ ਨੂੰ ਇਨਕਮ ਹੋ ਰਹੀ ਹੈ। ਬਟ ਆਪਣੀ ਕੰਪਨੀ ਦੇ ਵਿੱਚ ਜਿਹੜਾ ਹੈਗਾ ਗਾ ਕਿ ਜਦੋਂ ਆਪਾਂ ਨੂੰ ਫਾਈਨਾਂਸ ਦੀ ਲੋੜ ਪਈ, ਤਾਂ ਆਪਾਂ ਨੇ ਕੀ ਕੀਤਾ? ਆਪਾਂ ਨੇ ਸ਼ੇਅਰ ਇਸ਼ੂ ਕਰਤੇ, ਆਪਾਂ ਡਿਵੈਂਚਰ ਇਸ਼ੂ ਕਰਤੇ। ਹੁਣ ਉਸ ਇਸ਼ੂ 'ਤੇ ਕੀਤਾ ਕਿਉਂਕਿ ਫਾਈਨਾਂਸ ਦੀ ਜ਼ਰੂਰਤ ਪਈ ਸੀ। ਇਹ ਦੋਨੋਂ ਜਿਹੜੀਆਂ ਹੈਗੀਆਂ ਗਾ ਚੀਜ਼ਾਂ ਕਾਹਦੇ ਅੰਡਰ ਆਈਆਂ? ਫਾਈਨਾਂਸਿੰਗ ਐਕਟੀਵਿਟੀਜ਼ ਦੇ ਅੰਡਰ ਆਈਆਂ। ਤਾਂ ਹੁਣ ਇਸ ਫਾਈਨਾਂਸ 'ਤੇ ਆਪਾਂ ਨੂੰ ਜਿਹੜਾ ਹੈਗਾ ਇੰਟਰਸਟ ਦੇਣਾ ਪੈ ਰਿਹਾ ਹੈਗਾ, ਆਪਾਂ ਨੂੰ ਡਿਵੀਡੈਂਡ ਦੇਣਾ ਪੈ ਰਿਹਾ, ਤਾਂ ਉਹ ਜਿਹੜਾ ਹੈਗਾ ਕਾਹਦੇ ਅੰਡਰ ਆਊਗਾ? ਫਾਈਨਾਂਸਿੰਗ ਐਕਟੀਵਿਟੀਜ਼ ਦੇ ਅੰਡਰ। ਤਾਂ ਹੁਣ ਜਿਹੜਾ ਹੈਗਾ ਗਾ ਆਪਾਂ ਕੰਸਾਈਜ਼ ਵੀ ਨਾ ਦੇਖੀਏ ਤਾਂ ਓਪਰੇਟਿੰਗ ਐਕਟੀਵਿਟੀਜ਼ ਦੇ ਵਿੱਚ ਮੇਨ ਓਪਰੇਸ਼ਨ ਤੋਂ ਕਿੱਥੋਂ ਕਿੱਥੋਂ ਇਨਫਲੋ ਹੋ ਰਹੀ ਹੈ ਅਤੇ ਕਿੱਥੇ ਕਿੱਥੇ ਜਿਹੜਾ ਹੈਗਾ ਆਊਟਫਲੋ ਹੋ ਰਿਹਾ। ਇਨਵੈਸਟਿੰਗ ਦੇ ਵਿੱਚ ਲੌਂਗ ਟਰਮ ਐਸਿਡਸ ਜਾਂ ਇਨਵੈਸਟਮੈਂਟ ਦੇ ਵਿੱਚ ਜਿਹੜਾ ਹੈਗਾ ਕਿੱਥੇ ਕਿੱਥੇ ਆਪਾਂ ਜਿਹੜਾ ਹੈਗਾ ਆਊਟਫਲੋ ਕਰ ਰਹੇ ਹਾਂ ਅਤੇ ਕਿੱਥੇ ਕਿੱਥੇ ਇਨਫਲੋ ਕਰ ਰਹੇ ਹਾਂ। ਅਤੇ ਫਾਈਨਾਂਸਿੰਗ ਦੇ ਵਿੱਚ ਕੀ ਹੈਗਾ ਕਿ ਮੇਨ ਆਪਣਾ ਬਿਜ਼ਨਸ ਦਾ ਜਿਹੜਾ ਕੈਪੀਟਲ ਸਟਰਕਚਰ ਹੈ, ਯਾਨੀ ਕਿ ਕਿੰਨੀ ਕੁ ਆਪਣੇ ਕੋਲ ਕੈਪੀਟਲ ਹੈ, ਕਿੰਨਾ ਕੁ ਆਪਣੇ ਕੋਲ ਬੋਰਿੰਗਸ ਹੈ, ਯਾਨੀ ਕਿ ਉਧਾਰ ਪੈਸਾ ਲੈਤਾ ਹੋਇਆ ਹੈ, ਉਸ 'ਤੇ ਕੀ ਇਨਫਲੋ ਹੋਇਆ, ਕੀ ਆਊਟਫਲੋ ਹੋਇਆ, ਉਹ ਆਪਾਂ ਸ਼ੋਅ ਕਰ ਦਿਆਂਗੇ ਫਾਈਨਾਂਸਿੰਗ ਐਕਟੀਵਿਟੀਜ਼ ਦੇ ਅੰਡਰ। ਠੀਕ ਹੈ ਜੀ।